जय गुरु जी। शुकराना गुरु जी। गुरु जी की आग्ञा नाल संपूर्ण शिव महापुराण दूजा खंड पहला अध्याय। ब्रह्मा जी कहन लगे, हे नारद, हुण मैं तैनू शिव जी के अनाद चरित्र बारे दसदा हां। जिस तरह सती ने दक्ष के घर अवतार लैके फिर शिव जी नाल विआह कीता ਅਤੇ ਉਹਨਾਂ ਨੇ शिव जी ਦੇ ਘਰ जो ਕੰਮ ਕੀਤੇ ਤੇ ਉਹਨਾਂ ਸਭ ਦਾ ਵਿਸਥਾਰ ਨਾਲ ਵਰਣਨ ਕਰਦਾ ਹਾਂ। ਮੈਂ ਪਹਿਲੇ 10 ਪੁੱਤਰ ਪੈਦਾ ਕਰਕੇ ਉਹਨਾਂ ਨੂੰ ਹੁਕਮ ਦਿੱਤਾ ਕਿ ਸੰਸਾਰ ਦੀ ਰਚਨਾ ਕਰੋ। ਮੇਰੇ ਉਹ ਪੁੱਤਰ ਮਰੀਜੀ, ਅਤਰੀ, ਅੰਗਿਆ, ਪੁਲਸਤਿਆ, ਪੁਲਹੈ, ਧਰੁਤੂ, ਭ੍ਰਿਗੂ, ਵਸ਼ਿਸ਼ਟ, ਨਾਰਦ ਅਤੇ ਦਕਸ਼ ਹਨ। ਮੈਂ ਇਹਨਾਂ ਨੂੰ ਮਾਨਸੀ ਸ੍ਰਿਸ਼ਟੀ ਦੀ ਰੀਤੀ ਤੇ ਰਚਿਆ, ਪਰ ਜਦ ਮੈਂ ਨਾਰੀ ਸਰੂਪਾ ਪਰਮ ਸੁੰਦਰੀ ਸਰਸਵਤੀ ਨੂੰ ਰਚਿਆ ਤਾਂ ਉਸਦੇ ਮਨਮੋਹਕ ਸੁੰਦਰ ਸਰੂਪ ਨੂੰ ਦੇਖ ਕੇ ਮੇਰਾ ਮਨ ਕਾਮ ਦੇ ਅਧੀਨ ਹੋ ਗਿਆ। ਸੋ ਉਸ ਨੂੰ ਦੇਖ ਕੇ ਮੇਰੇ ਮਨ ਵਿੱਚ ਵੀ ਉਸਦੇ ਨਾਲ ਕਾਮ ਮੈਥੁਨ ਕਰਨ ਦੀ ਇੱਛਾ ਜਾਗੀ, ਕਿਉਂਕਿ ਉਸ ਵੇਲੇ ਮੇਰੇ ਦਿਲ ਵਿੱਚ ਕਾਮ ਪ੍ਰਵੇਸ਼ ਕੀਤਾ ਹੋਇਆ ਸੀ। ਸਰਸਵਤੀ ਦੇ ਨਾਲ ਮੈਥੁਨ ਕਰਨ ਲਈ ਉਤਾਵਲੇ ਦੇਖ ਕੇ ਮੇਰੇ ਸਭ ਪੁੱਤਰ ਹਾਹਾਕਾਰ ਕਰਨ ਲੱਗੇ ਅਤੇ ਉਹ ਸਭ ਮੈਨੂੰ ਉਸ ਭਾਰੀ ਪਾਪ ਤੋਂ ਬਚਾਉਣ ਦੇ ਲਈ ਭਗਵਾਨ ਸਦਾ ਸ਼ਿਵ ਨੂੰ ਪ੍ਰਾਰਥਨਾ ਕਰਨ ਲੱਗੇ। ਉਸ ਵੇਲੇ ਸ਼ਿਵ ਜੀ ਨੇ ਪ੍ਰਗਟ ਹੋ ਕੇ ਮੈਨੂੰ ਉਸ ਨਰਕ ਦੇਣ ਵਾਲੇ ਮਹਾ ਭਿਆਨਕ ਪਾਪ ਤੋਂ ਬਚਾ ਲਿਆ। ਸੂਤ ਜੀ ਕਹਿਣ ਲੱਗੇ, ਹੇ ਰਿਸ਼ਿਓ, ਬ੍ਰਹਮਾ ਦੇ ਮੂੰਹੋਂ ਇਹ ਗੱਲ ਸੁਣ ਕੇ ਨਾਰਦ ਜੀ ਨੇ ਕੁਝ ਦੇਰ ਤੱਕ ਵਿਚਾਰ ਕਰਨ ਤੋਂ ਬਾਅਦ ਉਹਨਾਂ ਨੂੰ ਇਸ ਤਰ੍ਹਾਂ ਕਿਹਾ, ਹੈ ਪਿਤਾ, ਤੁਸੀਂ ਸਾਰੇ ਸੰਸਾਰ ਦੇ ਸਵਾਮੀ ਅਤੇ ਸਭ ਦੀ ਰਚਨਾ ਕਰਨ ਵਾਲੇ ਹੋ। ਇਸ ਸਮੇਂ ਮੇਰਾ ਮਨ ਬਹੁਤ ਚਿੰਤਾ ਵਿੱਚ ਹੈ, ਸੋ ਤੁਸੀਂ ਸਾਰੀ ਸ਼ੰਕਾ ਨੂੰ ਨਸ਼ਟ ਕਰਨ ਲਈ ਇਸ ਕਥਾ ਨੂੰ ਵਿਸਥਾਰ ਨਾਲ ਕਹੋ। ਤੁਹਾਡਾ ਮਨ ਇਸ ਤਰ੍ਹਾਂ ਕਿਉਂ ਭਟਕ ਗਿਆ? ਤੁਹਾਡੀ ਸੇਵਾ ਕਰਨ ਵਾਲੇ ਮਨੁੱਖਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਸੋ ਤੁਹਾਡੇ ਦੁਆਰਾ ਅਜਿਹਾ ਕਰਮ ਹੋਣਾ ਬਹੁਤ ਹੈਰਾਨੀ ਦੀ ਗੱਲ ਹੈ। ਬ੍ਰਹਮਾ ਜੀ ਨੇ ਉੱਤਰ ਦਿੱਤਾ, ਹੇ ਨਾਰਦ, ਤੁਸੀਂ ਧਿਆਨ ਲਗਾ ਕੇ ਸੁਣੋ। ਮੈਂ ਤੇਰੇ ਨਾਲ ਮੁੱਖ ਵਾਰਤਾ ਚੰਗੀ ਤਰ੍ਹਾਂ ਸਮਝਾ ਕੇ ਆਖਦਾ ਹਾਂ। ਭਗਵਾਨ ਸਦਾ ਸ਼ਿਵ ਦੀ ਮਾਇਆ ਧਨ ਅਤੇ ਅਪਰੰਪਾਰ ਹੈ। ਸ਼੍ਰੀ ਸ਼ਿਵ ਜੀ ਦੀ ਮਾਇਆ ਨੇ ਮੈਨੂੰ ਜਿਸ ਤਰ੍ਹਾਂ ਨਚਾਇਆ, ਉਹ ਕਥਾ ਮੈਂ ਤੁਹਾਨੂੰ ਸੁਣਾਉਂਦਾ ਹਾਂ। ਸੰਸਾਰ ਨੂੰ ਵਧਾਉਣ ਲਈ ਮੈਂ ਆਪਣੇ ਮੂੰਹੋਂ ਇੱਕ ਕੰਨਿਆ ਨੂੰ ਬਣਾਇਆ। ਉਸ ਨੂੰ ਰਚ ਕੇ ਮੇਰੇ ਮਨ ਵਿੱਚ ਕੁਝ ਹੰਕਾਰ ਹੋਇਆ। ਹੰਕਾਰ ਹਰੇਕ ਵਿਅਕਤੀ ਨੂੰ ਦੁੱਖ ਦਿੰਦਾ ਹੈ। ਸੋ ਉਸ ਸਮੇਂ ਸ਼ਿਵ ਜੀ ਨੇ ਇਹ ਲੀਲਾ ਦਿਖਾਈ ਕਿ ਮੇਰੇ ਮੁਖ ਤੋਂ ਇੱਕ ਅਜਿਹੀ ਬਹੁਤ ਸੋਹਣੀ ਇਸਤਰੀ ਪੈਦਾ ਹੋਈ, ਜਿਸ ਨੂੰ ਦੇਖਣ ਨਾਲ ਹੀ ਸਭ ਦੁੱਖ ਦੂਰ ਹੋ ਜਾਣ। ਉਸ ਇਸਤਰੀ ਦਾ ਨਾਂ ਸੰਧਿਆ ਰੱਖਿਆ ਗਿਆ। ਅਜਿਹੀ ਬਹੁਤ ਸੋਹਣੀ ਸੁੰਦਰੀ ਮਨੁੱਖ ਲੋਕ ਵਿੱਚ ਤਾਂ ਕਿ ਦੇਵਲੋਕ ਵਿੱਚ ਵੀ ਕੋਈ ਨਹੀਂ ਸੀ। ਉਸਦੇ ਸਿਰ ਤੋਂ ਪੈਰ ਤੱਕ ਨਵੀਨ ਪੂਰੇ ਚੰਨ ਵਰਗੀ ਪ੍ਰਭਾਸ਼ਾਲਿਨੀ, ਗਜਗਾਮਨੀ ਅਤੇ ਚੰਪਕ ਵਰਨ ਕਾਮਨੀ ਨੂੰ ਦੇਖ ਕੇ ਮੇਰੇ ਮਨ ਵਿੱਚ ਵਾਸ਼ਨਾ ਜਾਗ ਉੱਠੀ ਅਤੇ ਮੈਂ ਉਸਦੇ ਨਾਲ ਭੋਗ ਕਰਨ ਦੀ ਇੱਛਾ ਨਾਲ ਆਪਣੇ ਸਥਾਨ ਤੋਂ ਉੱਠ ਕੇ ਖੜਾ ਹੋ ਗਿਆ। ਪਰ ਦਕਸ਼ ਆਦਿ ਨੇ ਉਸ ਵੇਲੇ ਮੈਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਪਰ ਬਾਅਦ ਵਿੱਚ ਉਹ ਸਭ ਦਕਸ਼ ਆਦਿ ਮੇਰੇ ਪੁੱਤਰ ਉਸ ਵੱਲ ਭਾਰੀ ਨਜ਼ਰ ਨਾਲ ਵੇਖਣ ਲੱਗੇ। ਜਿਸ ਵੇਲੇ ਮੈਂ ਆਪਣੇ ਮਨ ਵਿੱਚ ਉਸ ਇਸਤਰੀ ਦੇ ਪ੍ਰਤੀ ਕਈ ਤਰ੍ਹਾਂ ਦੇ ਵਿਚਾਰ ਕਰ ਰਿਹਾ ਸੀ, ਉਸ ਵੇਲੇ ਅਚਾਨਕ ਹੀ ਇੱਕ ਸੋਹਣਾ ਪੁਰਖ ਵੀ ਉੱਥੇ ਪੈਦਾ ਹੋ ਗਿਆ। ਉਹ ਮੇਰੇ ਸਾਹਮਣੇ ਆ ਕੇ ਖੜਾ ਹੋ ਗਿਆ ਤੇ ਮੈਨੂੰ ਇਸ ਤਰ੍ਹਾਂ ਆਖਣ ਲੱਗਾ ਕਿ ਹੇ ਪਿਤਾ, ਤੁਸੀਂ ਮੈਨੂੰ ਮੇਰਾ ਨਾਂ ਅਤੇ ਕੰਮ ਦੱਸ ਦਿਓ। ਤੁਸੀਂ ਮੈਨੂੰ ਜਿੱਥੇ ਰਹਿਣ ਦੀ ਆਗਿਆ ਦੇਵੋਗੇ, ਮੈਂ ਉੱਥੇ ਹੀ ਰਹਾਂਗਾ। ਸੋ ਤੁਸੀਂ ਕਿਰਪਾ ਕਰਕੇ ਮੇਰੀ ਇਸ ਇੱਛਾ ਨੂੰ ਪੂਰਾ ਕਰੋ। ਹੇ ਨਾਰਦ, ਉਹ ਪੁਰਖ ਦੀ ਗੱਲ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋਈ। ਫਿਰ ਕੁਝ ਦੇਰ ਵਿਚਾਰ ਕਰਨ ਦੇ ਬਾਅਦ ਮੈਂ ਉਸਨੂੰ ਕਿਹਾ, ਹੇ ਪੁੱਤਰ, ਤੇਰੇ ਪੈਦਾ ਹੁੰਦੇ ਹੀ ਮੇਰੇ ਮਨ ਅਤੇ ਸਰੀਰ ਦੇ ਸਭ ਅੰਗ ਕੰਬ ਉੱਠੇ ਸਨ। ਸੋ ਮੈਂ ਤੇਰਾ ਨਾਂ ਮਨਮੰਥ ਰੱਖਦਾ ਹਾਂ। ਇਸ ਦੇ ਇਲਾਵਾ ਮਨਸਿਜ, ਮਦਨ ਆਦਿ ਤੇਰੇ ਕਈ ਨਾਂ ਹੋਣਗੇ। ਤੂੰ ਆਪਣੇ ਇਹਨਾਂ 5 ਤੀਰਾਂ ਦੁਆਰਾ ਅਤੇ ਆਪਣੇ ਸੁਣਪ ਦੁਆਰਾ ਸਭ ਨੂੰ
ਅਧੀਨ ਕਰ ਲਵੇਂਗਾ, ਸਾਰੇ ਸੰਸਾਰ ਦਾ ਮਨ ਤੇਰੇ ਅਧੀਨ ਰਹੇਗਾ। ਇਸ ਤਰ੍ਹਾਂ ਮੈਂ ਆਪਣੇ ਪੁੱਤਰ ਨੂੰ ਬਹੁਤ ਸਾਰੇ ਅਧਿਕਾਰ ਦਿੱਤੇ। ਆਪਣੇ ਕੰਮ ਨੂੰ ਇਸ ਤਰ੍ਹਾਂ ਪੂਰਾ ਹੋਇਆ ਦੇਖ ਕੇ ਮੇਰੇ ਮਨ ਵਿੱਚ ਬਹੁਤ ਖੁਸ਼ੀ ਭਰ ਗਈ ਤੇ ਬਹੁਤ ਹੰਕਾਰ ਵੀ ਹੋ ਗਿਆ। ਉਸ ਤੋਂ ਬਾਅਦ ਸਿੰਘਾਸਨ ਤੇ ਬੈਠੇ ਹੋਏ ਆਪਣੇ ਸਭ ਪੁੱਤਰਾਂ ਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ। ਮੈਂ ਉਸ ਪੁਰਖ ਦਾ ਜੋ ਮਨ ਮੰਥ ਨਾ ਰੱਖਿਆ ਸੀ, ਉਸਨੂੰ ਸਭ ਨੇ ਬਹੁਤ ਪਸੰਦ ਕੀਤਾ ਤੇ ਸਵੀਕਾਰ ਕੀਤਾ ਕਿ ਕਾਮਦੇਵ ਦਾ ਅਹੁਦਾ ਸਭ ਤੋਂ ਵੱਡਾ ਤੇ ਉੱਚਾ ਹੋਵੇਗਾ। ਇਸ ਘਟਨਾ ਦੇ ਬਾਅਦ ਜਦ ਕਿ ਅਸੀਂ ਸਭ ਲੋਕ ਆਪਣੇ ਮਨ ਵਿੱਚ ਖੁਸ਼ੀ ਅਨੁਭਵ ਕਰ ਰਹੇ ਸੀ, ਕਾਮਦੇਵ ਨੇ ਆਪਣੇ ਉਸ ਕਮਾਨ ਨੂੰ ਸਿੱਧਾ ਕੀਤਾ ਜਿਸ ਦੇ ਚੜ੍ਹਦੇ ਸਾਰ ਹੀ 3 ਲੋਕਾਂ ਦੀ ਬੁੱਧੀ ਭ੍ਰਸ਼ਟ ਹੋ ਜਾਂਦੀ ਹੈ। ਉਹ ਧਨੁਸ਼ ਨੂੰ ਚੜਾਏ ਹੋਏ ਮੇਰੇ ਕੋਲ ਆ ਕੇ ਖੜਾ ਹੋ ਗਿਆ ਤੇ ਮਨ ਵਿੱਚ ਇਹ ਵਿਚਾਰ ਕਰਨ ਲੱਗਾ ਕਿ ਮੈਂ ਉਸ ਨੂੰ ਜੋ ਵਰਦਾਨ ਦਿੱਤਾ ਉਸ ਦੀ ਪ੍ਰੀਖਿਆ ਕਰਕੇ ਦੇਖ ਲਈ ਜਾਵੇ। ਸੋ ਉਸਨੇ ਮੇਰੀ ਧੀ ਸੰਧਿਆ ਨੂੰ ਮੇਰੇ ਕੋਲ ਖੜੇ ਹੋਏ ਦੇਖ ਕੇ ਮੇਰੇ ਹੀ ਉੱਪਰ ਆਪਣਾ ਮੋਹਨ ਨਾਂ ਦਾ ਤੀਰ ਚਲਾ ਦਿੱਤਾ। ਉਸ ਦੇ ਬਾਅਦ ਉਸਨੇ ਮੇਰੇ ਬਾਕੀ ਪੁੱਤਰਾਂ ਨੂੰ ਵੀ ਆਪਣੇ ਉਸ ਤੀਰ ਦੁਆਰਾ ਬੇਹੋਸ਼ ਕਰ ਦਿੱਤਾ। ਇਸ ਤਰ੍ਹਾਂ ਅਸੀਂ ਸਭ ਉਸ ਦੇ ਅਧੀਨ ਹੋ ਗਏ। ਜਦ ਉਸਨੇ ਇਹ ਦੇਖਿਆ ਕਿ ਸੰਧਿਆ ਦੇ ਉੱਪਰ ਉਸ ਦੇ ਤੀਰ ਦਾ ਕੋਈ ਅਸਰ ਨਹੀਂ ਹੋਇਆ ਤਾਂ ਉਸਨੇ ਸੰਧਿਆ ਦੇ ਦਿਲ ਤੇ ਵੀ ਅਜਿਹਾ ਤੀਰ ਮਾਰਿਆ ਕਿ ਜਿਸ ਦੇ ਕਾਰਨ ਉਹ ਵੀ ਕਾਮਦੇਵ ਦੇ ਅਧੀਨ ਹੋ ਕੇ ਚੰਚਲ ਅਤੇ ਤੇਜ਼ ਨਜ਼ਰ ਨਾਲ ਸਭ ਵੱਲ ਦੇਖਣ ਲੱਗੀ। ਸਾਡੇ ਸਭ ਲੋਕਾਂ ਦੀ ਬੁੱਧੀ ਭ੍ਰਸ਼ਟ ਹੋ ਜਾਣ ਦੇ ਕਾਰਨ ਉਸ ਨੂੰ ਫੜਨ ਦੀ ਇੱਛਾ ਕਰਨ ਲੱਗੇ, ਕਿਉਂਕਿ ਕਾਮ ਦੇ ਅਧੀਨ ਹੋ ਜਾਣ ਦੇ ਕਾਰਨ ਸਾਨੂੰ ਕਿਸੇ ਤਰ੍ਹਾਂ ਦੇ ਬੁਰੇ ਕਰਮ ਅਤੇ ਪਾਪ ਦਾ ਵਿਚਾਰ ਨਹੀਂ ਰਿਹਾ ਸੀ। ਜੈ ਗੁਰੂ ਜੀ। ਸ਼ੁਕਰਾਨਾ ਗੁਰੂ ਜੀ।